ਜਥੇਦਾਰ ਬਦਲੇ ਜਾਣ ਦੀਆਂ ਚਰਚਾਵਾਂ ਦੇ ਵਿਚਾਲੇ ਐਸਜੀਪੀਸੀ ਨੇ ਸੱਦੀ ਐਮਰਜੈਂਸੀ ਮੀਟਿੰਗ। ਕੱਲ 11 ਵਜੇ ਅੰਮ੍ਰਿਤਸਰ ਦੇ ਵਿੱਚ ਹੋਵੇਗੀ ਅੰਤਰਿਮ ਕਮੇਟੀ ਦੀ ਅਹਿਮ ਬੈਠਕ। ਵੱਡਾ ਸਵਾਲ ਕਿ ਅਕਾਲ ਤਖਤ ਸਾਹਿਬ ਨੂੰ ਮਿਲਣਗੇ ਨਵੇਂ ਜਥੇਦਾਰ। ਪਾਗਲ ਕਹਿਣ ਤੇ ਸੁਖਬੀਰ ਬਾਦਲ ਤੇ ਭੜਕੇ ਸੀਐਮ ਭਗਵੰਤ ਮਾਨ। ਸੁਖਬੀਰ ਦਾ ਵੀਡੀਓ ਸ਼ੇਅਰ ਕਰ ਬੋਲੇ, ਇਹ ਪਾਗਲ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ, ਮੈਨੂੰ ਪੰਜਾਬ ਦੇ ਲੋਕਾਂ ਦਾ ਸਾਥ। ਸੀਐਮ ਨੂੰ ਪਾਗਲ ਕਹਿਣ ਤੇ ਮੰਤਰੀ ਬੈਂਸ ਵੱਲੋਂ ਕੀਤੇ ਗਏ ਟਵੀਟ ਤੇ ਵਿਵਾਦ। ਸੀਐਮ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਰਨ ਤੇ ਅਕਾਲੀ ਦਲ ਨੇ ਜਤਾਇਆ ਕਰੜਾ ਇਤਰਾਜ਼। ਵਲਟੋਹਾ ਬੋਲੇ, ਬੈਂਸ ਦਾ ਬਿਆਨ ਕਿਸੇ ਗੁਨਾਹ ਤੋਂ ਘੱਟ ਨਹੀਂ। ਲੁਧਿਆਣਾ ਲੁੱਟਕਾਂਡ ਵਿੱਚ 75 ਲੱਖ ਰੁਪਏ ਹੋਰ ਬਰਾਮਦ। ਮੁਲਜ਼ਮ ਮਨਜਿੰਦਰ ਮਨੀ ਦੇ ਘਰੋਂ ਸੈਪਟਿਕ ਟੈਂਕ ਚੋਂ ਮਿਲੇ 50 ਲੱਖ ਰੁਪਏ। ਨਰਿੰਦਰ ਤੋਂ ਵੀ ਰਿਕਵਰ ਹੋਏ 25 ਲੱਖ ਰੁਪਏ। ਫਰਾਰ ਮੁਲਜ਼ਮਾਂ ਦੇ ਦੱਖਣੀ ਭਾਰਤ ਵਿੱਚ ਹੋਣ ਦੇ ਇਨਪੁਟ। ਦਿੱਲੀ ਪੁਲਿਸ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦਾਖਲ ਕੀਤੀ ਚਾਰਜਸ਼ੀਟ। ਛੇੜਛਾੜ ਤੇ ਸਟਾਕਿੰਗ ਦੇ ਇਲਜ਼ਾਮਾਂ ਹੇਠ ਬਣਾਇਆ ਮੁਲਜ਼ਮ, ਪਰ ਪੋਕਸੋ ਦੇ ਮਾਮਲੇ ਵਿੱਚ ਕੈਂਸਲੇਸ਼ਨ ਰਿਪੋਰਟ ਦਾਇਰ। ਐਨਆਰਆਈਜ਼ ਦੇ ਵੱਲੋਂ ਕੋਠੀ ਕਬਜ਼ੇ ਦੇ ਇਲਜ਼ਾਮਾਂ ਤੇ ਐਮਐਲਏ ਮਾਣੂਕੇ ਨੇ ਦਿੱਤੀ ਸਫਾਈ। ਮੈਂ ਕਿਰਾਏ ਤੇ ਲਈ ਸੀ ਕੋਠੀ, ਇਲਜ਼ਾਮਾਂ ਤੋਂ ਬਾਅਦ ਤੁਰੰਤ ਕੀਤੀ ਖਾਲੀ। ਕਿਹਾ ਝੂਠੇ ਇਲਜ਼ਾਮ ਲਗਾਉਣ ਵਾਲਿਆਂ ਤੇ ਕਰਾਂਗੀ ਮਾਨਹਾਨੀ ਦਾ ਕੇਸ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਜੇਪੀ ਨੱਡਾ। ਸਿਸਵਾ ਫਾਰਮ ਹਾਊਸ ਪਹੁੰਚ ਕੇ ਕੀਤੀ ਮੁਲਾਕਾਤ। ਸਾਂਸਦ ਪ੍ਰਨੀਤ ਕੌਰ ਵੀ ਰਹੇ ਮੌਜੂਦ। ਭਾਰਤ ਦੇ ਵੱਲ ਤੇਜ਼ੀ ਨਾਲ ਵੱਧ ਰਿਹਾ ਚੱਕਰਵਾਤੀ ਤੂਫਾਨ ਬਿਪਰਜੋਏ। ਕੱਛ ਤੇ ਦਵਾਰਕਾ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਹੋ ਰਹੀ ਬਾਰਿਸ਼। ਸ਼ਾਮ ਤੱਕ ਗੁਜਰਾਤ ਦੇ ਨਾਲ ਟਕਰਾ ਸਕਦਾ ਹੈ ਤੂਫਾਨ। ਦਿੱਲੀ ਦੇ ਮੁਕੱਜੀ ਨਗਰ ਦੇ ਕੋਚਿੰਗ ਸੈਂਟਰ ਦੇ ਵਿੱਚ ਲੱਗੀ ਭਿਆਨਕ ਅੱਗ। ਤੀਜੀ ਮੰਜ਼ਿਲ ਦੇ ਵਿੱਚ ਫਸੇ ਸਟੂਡੈਂਟਸ ਖਿੜਕੀ ਤੋੜ ਕੇ ਕੀਤੇ ਗਏ ਰੈਸਕਿਊ। 4 ਵਿਦਿਆਰਥੀ ਹੋਏ ਜ਼ਖਮੀ। ਮੋਗਾ ਦੇ ਸਿੰਘਾਵਾਲਾ ਪਿੰਡ ਦੇ ਨੇੜੇ ਦਰਦਨਾਕ ਹਾਦਸਾ। ਬਾਈਕ ਤੇ ਕਾਰ ਦੇ ਵਿਚਾਲੇ ਹੋਈ ਆਮੋ ਸਾਹਮਣੇ ਦੀ ਟੱਕਰ। ਇੱਕ ਬੱਚੇ ਸਣੇ 3 ਲੋਕਾਂ ਦੀ ਮੌਤ। ਮੁਕੇਰੀਆਂ ਦੇ ਪਿੰਡ ਸਿੰਘੋਵਾਲ ਵਿੱਚ ਆਵਾਰਾ ਪਸ਼ੂਆਂ ਦੀ ਟੱਕਰ ਕਾਰਨ ਨਹਿਰ ਦੇ ਵਿੱਚ ਡਿੱਗੇ ਭੈਣ ਭਰਾ। ਲੜਕੀ ਦੀ ਹੋਈ ਮੌਤ, ਲੜਕਾ ਗੰਭੀਰ ਜ਼ਖਮੀ। ਮਾਛੀਵਾੜਾ ਵਿੱਚ ਨੌਜਵਾਨਾਂ ਨੇ ਬਜ਼ੁਰਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ। ਨਸ਼ਾ ਵੇਚਣ ਤੋਂ ਰੋਕਣ ਤੇ ਡਾਂਗਾ ਦੇ ਨਾਲ ਕੁੱਟਿਆ। ਵੀਡੀਓ ਵੀ ਆਈ ਸਾਹਮਣੇ। ਅਤੇ ਅੰਮ੍ਰਿਤਸਰ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਦੁਰਗਿਆਣਾ ਮੰਦਿਰ ਦੇ ਵਿੱਚ ਭਰਿਆ ਪਾਣੀ। ਮੰਦਿਰ ਦੀ ਪਰਿਕਰਮਾ ਸਣੇ ਅੰਦਰ ਤੱਕ ਦਾਖਲ ਹੋਇਆ ਪਾਣੀ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ। ਐਸਜੀਪੀਸੀ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ। ਜਥੇਦਾਰ ਬਦਲੇ ਜਾਣ ਦੀਆਂ ਚਰਚਾਵਾਂ ਦੇ ਵਿਚਾਲੇ ਇਹ ਮੀਟਿੰਗ ਸੱਦੀ ਗਈ ਹੈ। ਕੱਲ 11 ਵਜੇ ਅੰਤਰਿਮ ਕਮੇਟੀ ਦੀ ਅਹਿਮ ਬੈਠਕ ਹੋਵੇਗੀ। ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਵੇਗੀ। ਕੋਈ ਵੱਡਾ ਫੈਸਲਾ ਐਸਜੀਪੀਸੀ ਲੈ ਸਕਦੀ ਹੈ। ਵੱਡਾ ਸਵਾਲ ਇਹ ਹੈ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਵੇਂ ਜਥੇਦਾਰ ਮਿਲਣਗੇ। ਇਹ ਸਵਾਲ ਉੱਠ ਰਿਹਾ ਹੈ। ਜ਼ਰੂਰੀ ਏਜੰਡਾ ਨੂੰ ਲੈ ਕੇ ਕੱਲ ਦੀ ਮੀਟਿੰਗ ਸੱਦੀ ਗਈ ਹੈ। ਕੋਈ ਵੱਡਾ ਫੈਸਲਾ ਐਸਜੀਪੀਸੀ ਲੈ ਸਕਦੀ ਹੈ। ਇਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਪਰ ਸਵਾਲ ਇਹ ਹੈ ਕਿ ਕੀ ਜਥੇਦਾਰ ਨੂੰ ਲੈ ਕੇ ਕੋਈ ਫੈਸਲਾ ਇਸ ਤਰੀਕੇ ਦਾ ਹੋ ਸਕਦਾ ਹੈ। ਐਸਜੀਪੀਸੀ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ। ਅੰਤਰਿਮ ਕਮੇਟੀ ਦੀ ਮੀਟਿੰਗ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਅਜਿਹੀ ਤਸਵੀਰ ਬਣਦੀ ਹੋਈ ਨਜ਼ਰ ਆਈ ਸੀ, ਪਰ ਉਸ ਤਸਵੀਰ ਦੇ ਵਿੱਚ ਜਥੇਦਾਰ ਦੇ ਮਸਲੇ ਤੇ ਬਹੁਤੀ ਜ਼ਿਆਦਾ ਕੋਈ ਚਰਚਾ ਨਹੀਂ ਸੀ ਹੋਈ। ਮੇਰੇ ਸਹਿਯੋਗੀ ਵਿਜੇਪਾਲ ਬਰਾੜ ਫੋਨ ਲਾਈਨ ਤੇ ਮੇਰੇ ਨਾਲ ਮੌਜੂਦ ਨੇ। ਇਸ ਪੂਰੇ ਮਾਮਲੇ ਤੇ ਹੋਰ ਜ਼ਿਆਦਾ ਗੱਲਬਾਤ ਕਰਨ ਦੇ ਲਈ ਵਿਜੇ, ਐਸਜੀਪੀਸੀ ਦੀ ਐਮਰਜੈਂਸੀ ਮੀਟਿੰਗ ਔਰ ਜਿਸ ਤਰੀਕੇ ਅੰਤਰਿਮ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਕਿਸ ਤਰੀਕੇ ਇਸ ਮੀਟਿੰਗ ਨੂੰ ਸਮਝਿਆ ਜਾਵੇ ਔਰ ਕੀ ਜਥੇਦਾਰ ਦੇ ਮੁਤਲਕ ਵੀ ਕੋਈ ਕਦਮ ਚੁੱਕਿਆ ਜਾ ਸਕਦਾ ਹੈ ਕਿ ਕੋਈ ਅਜਿਹੀ ਵੀ ਸੰਭਾਵਨਾ ਹੈਗੀ ਹੈ? ਬਿਲਕੁਲ ਗਗਨ, ਅਫੀਸ਼ੀਅਲ ਤੌਰ ਤੇ ਤਾਂ ਕਿਸੇ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ, ਪਰ ਸਾਡੇ ਸੋਰਸਿਸ ਜੋ ਕਹਿ ਰਹੇ ਨੇ ਅੰਤਰਿਮ ਕਮੇਟੀ ਦੀ ਮੀਟਿੰਗ ਦਾ ਜਿਹੜਾ ਏਜੰਡਾ ਹੈ ਉਹ ਇਹੀ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲੈ ਕੇ ਫੈਸਲਾ ਲਿਆ ਜਾਣਾ ਹੈ। ਇੱਕ ਚੀਜ਼ ਹੋਰ ਜਿਹੜੀ ਹੈ ਸਾਫ਼ ਕਰਨ ਵਾਲੀ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਕੋਲੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਚਾਰਜ ਹੈ ਉਹ ਕਾਰਜਕਾਰੀ ਹੈ। ਅੱਜ ਵੀ ਜਦੋਂ ਉਹਨਾਂ ਨੂੰ ਲਗਾਇਆ ਗਿਆ ਸੀ ਉਹ ਕਾਰਜਕਾਰੀ ਲਗਾਇਆ ਗਿਆ ਸੀ ਔਰ ਉਹ ਕਾਰਜਕਾਰੀ ਹੀ ਚੱਲਿਆ ਆ ਰਿਹਾ ਹੈ। ਵੈਸੇ ਉਹ ਪੱਕੇ ਤੌਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ,
ਸੋ ਐਸੇ ਵਿੱਚ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਬਦਲਿਆ ਜਾ ਸਕਦਾ ਔਰ ਉਹਨਾਂ ਦੀ ਜਗ੍ਹਾ ਤੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾ ਸਕਦੀ ਹੈ। ਇਹ ਸਾਡੇ ਸੋਰਸਿਸ ਕਹਿ ਰਹੇ ਨੇ। ਫਿਲਹਾਲ ਇਹ ਜਿਹੜੀ ਗੱਲਬਾਤ ਹੈ ਇਹ ਅੰਦਰ ਚੱਲ ਰਹੀ ਹੈ। ਜਥੇਦਾਰ ਕਿਉਂਕਿ ਵਿਦੇਸ਼ ਦੌਰੇ ਤੇ ਨੇ, ਅੱਜ ਰਾਤ ਤੱਕ ਉਹਨਾਂ ਨੇ ਵਾਪਸ ਆ ਜਾਣਾ ਹੈ। ਸੋ ਐਸੇ ਵਿੱਚ ਕੱਲ ਤੱਕ ਇਹ ਉਮੀਦ ਹੈ ਕਿ ਇਸ ਬਾਬਤ ਕੋਈ ਅੰਤਿਮ ਫੈਸਲਾ ਲੈ ਲਿਆ ਜਾਏਗਾ। ਇਹ ਵੀ ਕੋਈ ਵੱਡੀ ਗੱਲ ਨਹੀਂ, ਕੁਝ ਪਰਸੈਂਟ ਚਾਂਸ ਨੇ ਕਿ ਉਹਨਾਂ ਨੂੰ ਹੀ ਰਹਿਣ ਦਿੱਤਾ ਜਾਵੇ, ਪਰ ਜ਼ਿਆਦਾ ਜਿਹੜੀ ਚਰਚਾ ਹੈ ਉਹ ਉਹਨਾਂ ਨੂੰ ਬਦਲਣ ਵੱਲ ਜ਼ਿਆਦਾ ਇਸ਼ਾਰਾ ਕਰ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਵੀ ਇਹ ਚਰਚਾ ਚੱਲੀ ਸੀ ਗਗਨ, ਪਰ ਇੱਕ ਵਾਰੀ ਇਹ ਕੰਮ ਰੁਕ ਗਿਆ ਸੀ, ਪਰ ਹੁਣ ਇਹ ਦੁਬਾਰਾ ਚਰਚਾ ਹੋਈ ਹੈ ਔਰ ਇਸ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕੋਈ ਫੈਸਲਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲੈ ਕੇ ਲਿਆ ਜਾ ਸਕਦਾ ਹੈ। ਔਰ ਜੇ ਆਧਾਰ ਆਪਾਂ ਇਹਦਾ ਦੇਖਣਾ ਚਾਹੀਏ ਕਿ ਇਹਦਾ ਆਧਾਰ ਕੀ ਹੈ, ਤਾਂ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਹੀ ਇੱਕ ਕਮੇਟੀ ਬਣਾਈ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਹੜੀ ਜਗ੍ਹਾ ਲਿਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਕਿਹੜੀ ਜਗ੍ਹਾ ਨਹੀਂ। ਜਦੋਂ ਅਜਨਾਲਾ ਘਟਨਾਕ੍ਰਮ ਹੋਇਆ ਸੀ ਉਸ ਤੋਂ ਬਾਅਦ ਇਹ ਕਮੇਟੀ ਬਣੀ ਸੀ ਕਿ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਉੱਥੇ। ਸੋ ਉਸ ਬਾਬਤ ਕਮੇਟੀ ਦੀਆਂ ਜੋ ਰਿਕਮੈਂਡੇਸ਼ਨ ਸੀ ਉਹ ਲਗਭਗ ਇਹੀ ਸੀ ਕਿ ਇਹ ਫੈਸਲਾ ਲਿਆ ਜਾਵੇ ਕਿ ਨਹੀਂ ਲਿਜਾਣਾ ਚਾਹੀਦਾ, ਪਰ ਉਹ ਕਿਉਂਕਿ ਸੀਲਬੰਦ ਰਿਪੋਰਟ ਸੀ ਗਗਨ, ਉਹਨਾਂ ਕੋਲ ਪਹੁੰਚ ਗਈ। ਉਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਸ ਤੇ ਕੋਈ ਫੈਸਲਾ ਨਹੀਂ ਲਿਆ। ਔਰ ਜ਼ਾਹਿਰ ਜੀ ਗੱਲ ਹੈ SGPC ਕਿਉਂਕਿ ਉਹਦੇ 'ਚ SGPC ਦੇ ਵਿੱਚ ਜਿਹੜੀ ਪੂਰੀ ਬਾਡੀ ਹੈ ਉਹ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਦੀ ਹੈ ਔਰ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਹ ਲੱਗਦਾ ਹੈ, ਜੋ ਚਰਚਾਵਾਂ ਨੇ, ਹਾਲਾਂਕਿ ਸਾਹਮਣੇ ਆ ਕੇ ਤੇ ਕੋਈ ਵੀ ਨਹੀਂ ਇਸ ਤੇ ਬੋਲੇਗਾ ਕਿ ਇਹ ਗੱਲ ਬਿਲਕੁਲ ਸਹੀ ਹੈ, ਪਰ ਸਾਡੇ ਜੋ ਸੋਰਸਿਸ ਕਹਿੰਦੇ ਨੇ ਕਿ ਜੋ ਉਸ ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ, ਜਾਂ ਪਿਛਲੇ ਦਿਨੀ CM ਭਗਵੰਤ ਮਾਨ ਨੇ ਵੀ 2-3 ਵਾਰ ਸਵਾਲ ਚੱਕੇ ਕਿ ਫੈਸਲਾ ਕਿਉਂ ਨਹੀਂ ਲਿਆ ਅਕਾਲ ਤਖਤ ਸਾਹਿਬ ਨੇ, ਉਸ ਦੇ ਵਿੱਚ ਅਕਾਲੀ ਦਲ ਨੂੰ ਇਹ ਲੱਗਦਾ ਕਿ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨਹੀਂ ਲਿਆ, ਪਰ ਬਦਨਾਮੀ ਅਕਾਲੀ ਦਲ ਦੀ ਹੋ ਰਹੀ ਹੈ ਜਾਂ ਸਵਾਲ ਅਕਾਲੀ ਦਲ ਤੇ ਚੱਕੇ ਜਾ ਰਹੇ ਨੇ। ਸੋ ਐਸੇ ਵਿੱਚ ਹੁਣ SGPC ਨੇ ਜਿਹੜੀ ਅੰਤਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ, ਉਸ ਦੇ ਵਿੱਚ ਇਹ ਚਰਚਾ ਹੋਣੀ ਸੁਭਾਵਿਕ ਹੈ ਜਾਂ ਇਹ ਮੰਨਿਆ ਜਾ ਰਿਹਾ ਕਿ ਬਹੁਤ ਸਾਰੇ ਐਸੇ ਇਸ਼ੂਜ਼ ਨੇ ਜਿਹਦੇ ਤੇ ਜਥੇਦਾਰ ਅਕਾਲ ਤਖਤ ਫੈਸਲਾ ਨਹੀਂ ਲੈ ਰਹੇ ਔਰ ਕਿਤੇ ਨਾ ਕਿਤੇ ਉਹ ਇਸ਼ੂ ਜਾ ਕੇ ਅਕਾਲੀ ਦਲ ਦੇ ਨਾਲ ਅੱਗੇ ਕਨੈਕਟ ਕੀਤਾ ਜਾਂਦਾ ਹੈ ਜਾਂ ਅਕਾਲੀ ਦਲ ਤੇ ਉਸ ਇਸ਼ੂ ਨੂੰ ਲੈ ਕੇ ਨਿਸ਼ਾਨੇ ਸਾਧੇ ਜਾਂਦੇ ਆ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਇਹ ਅੰਦਰ ਚੱਲ ਰਹੀ ਹੈ ਗੱਲ, ਔਰ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਕਾਫੀ ਇਸ ਗੱਲ ਤੇ ਚਰਚਾ ਹੋਈ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬਦਲਿਆ ਜਾ ਸਕਦਾ ਇੱਕ ਅੱਧੇ ਦਿਨ 'ਚ। ਬਿਲਕੁਲ ਵਿਜੇ, ਬਣੇ ਰਹੋ ਸਾਡੇ ਨਾਲ। ਗੁਰਚਰਨ ਸਿੰਘ ਗਰੇਵਾਲ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਿਜੇਪਾਲ ਬਰਾੜ ਮੇਰੇ ਸਹਿਯੋਗੀ ਵੀ ਮੇਰੇ ਨਾਲ ਨੇ ਫੋਨ ਲਾਈਨ ਤੇ। ਗਰੇਵਾਲ ਸਾਹਿਬ, ਕੱਲ ਦੀ ਐਮਰਜੈਂਸੀ ਮੀਟਿੰਗ, ਇਸ ਐਮਰਜੈਂਸੀ ਮੀਟਿੰਗ ਨੂੰ ਕਿਸ ਤਰੀਕੇ ਸਮਝਿਆ ਜਾਵੇ? ਕੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਰਮਾਨੈਂਟ ਜਥੇਦਾਰ ਮਿਲਣ ਵਾਲੇ ਨੇ? ਗਰੇਵਾਲ ਸਾਹਿਬ ਦੇਖੋ, ਜਿਹੜੀ ਤੁਸੀਂ ਇਹ ਐਮਰਜੈਂਸੀ ਮੀਟਿੰਗ ਕਹਿ ਰਹੇ ਹੋ, ਇਹ ਐਮਰਜੈਂਸੀ ਮੀਟਿੰਗ ਨਹੀਂ ਹੈ, ਕਰੀਬ ਹਰ ਮਹੀਨੇ ਬਾਅਦ ਹੁੰਦੀ ਹੈ। ਠੀਕ, ਅੰਤਰਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਕਿਉਂਕਿ ਸਾਰਾ ਕਾਰਜ ਜਿੰਨਾ ਵੀ ਆ ਜਿਹੜਾ SGPC ਦਾ ਸੰਵਿਧਾਨ ਹੈ ਉਹਦੇ ਚ ਅੰਤਰਿੰਗ ਕਮੇਟੀ 'ਚ ਹਰ ਚੀਜ਼ ਪਾਸ ਹੋ ਕੇ ਉਸ ਤੋਂ ਬਾਅਦ ਅੱਗੇ ਚੱਲਦੀ ਹੈ। ਸੋ ਇਸ ਕਰਕੇ ਇਹ ਰੂਟੀਨ ਦੀ ਮੀਟਿੰਗ ਹੈ। ਇਹਨੂੰ ਤੁਹਾਡੇ ਮੁਤਾਬਕ ਇਹਨੂੰ ਤੁਸੀਂ ਜਲਦੀ ਨਾਲ ਕਈ ਵੀ ਮੀਟਿੰਗ ਕਹਿ ਸਕਦੇ ਹੋ। ਸੋ ਮੈਨੂੰ ਲੱਗਦਾ ਕਿਉਂਕਿ ਬਹੁਤ ਸਾਰੇ ਮਸਲੇ ਜਿਹੜੇ ਆ, ਕੋਈ ਵੀ ਮਸਲਾ ਉਹਦੇ ਵਿੱਚ ਵਿਚਾਰਿਆ ਜਾਂਦਾ, ਪਰ ਅੱਜ ਦੀ ਤਰੀਕ ਵਿੱਚ ਜਿਹੜਾ ਤੁਸੀਂ ਇਸ ਗੱਲ ਦਾ ਜ਼ਿਕਰ ਕਰ ਰਹੇ ਹੋ ਸਿੰਘ ਸਾਹਿਬ ਵਾਲਾ ਜਾਂ ਕੁਛ ਹੋਰ ਹੈ, ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਏਜੰਡਾ ਸਾਹਮਣੇ ਨਹੀਂ ਆਇਆ। ਗਰੇਵਾਲ ਸਾਹਿਬ, ਸਿੱਖ ਕੌਮ ਲਈ ਸਰਵੋੱਚ ਮਹੱਤਤਾ ਹੈਗੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ, ਔਰ ਉੱਥੇ ਜਥੇਦਾਰ ਸਾਹਿਬ ਦੀ ਨਿਯੁਕਤੀ ਕਾਰਜਕਾਰੀ ਜਥੇਦਾਰ ਵਜੋਂ ਹੈਗੀ ਹੈ, ਔਰ ਇਹ ਕਾਫੀ ਚਿਰ ਤੋਂ ਹੈ ਅਜਿਹਾ। ਕਿ ਹੁਣ ਇਹ ਮੰਨਿਆ ਜਾਵੇ ਸਿੱਖ ਕੌਮ ਵੀ, ਕਿਉਂਕਿ ਇਹ ਲਗਾਤਾਰ ਸਵਾਲ ਜਿਹੜਾ ਹੈਗਾ ਉਹ ਅੰਦਰ ਖਾਤੇ ਸਾਰੇ ਦੇ ਜ਼ਿਹਨ ਵਿੱਚ ਹੋਣਾ ਹੈ ਕਿ ਹੁਣ ਪਰਮਾਨੈਂਟ ਲੈਵਲ ਤੇ ਇੱਕ ਪੱਕੇ ਤੌਰ ਤੇ ਜਥੇਦਾਰ ਦੀ ਤੈਨਾਤੀ, ਕੀ ਇਹ ਮੰਨਿਆ ਜਾਵੇ ਕਿ ਇਸ ਮੀਟਿੰਗ ਦੇ ਵਿੱਚ ਕੋਈ ਅਜਿਹਾ ਕਦਮ ਚੁੱਕਿਆ ਜਾ ਸਕਦਾ? ਗਰੇਵਾਲ ਸਾਹਿਬ, ਦੇਖੋ, ਮੈਂ ਹਾਲੇ ਮੀਟਿੰਗ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦਾ। ਇਹ ਗੱਲ ਤਾਂ ਮੇਰੇ ਹਿਸਾਬ ਨਾਲ ਹਾਲੇ ਕੋਈ ਨਹੀਂ ਹੈਗੀ, ਕਿਉਂਕਿ ਕਿਆਸ ਰਾਈਆਂ ਹੀ ਹੈ ਨਾ, ਉਸ ਕਿਆਸ ਰਾਈਆਂ ਨੂੰ ਮੈਂ ਪੁਸ਼ਟੀ ਨਹੀਂ ਕਰ ਸਕਦਾ, ਪਰ ਪੰਥਕ ਮਸਲੇ ਤਾਂ ਵਿਚਾਰੇ ਹੀ ਜਾਂਦੇ ਆ, ਹਰ ਮੀਟਿੰਗ ਵੀ ਵਿਚਾਰੇ ਜਾਂਦੇ ਆ। ਇਹ ਮਸਲਾ ਕਿੰਨਾ ਕੁ ਅਹਿਮ ਹੈਗਾ ਹੈ ਸ਼੍ਰੋਮਣੀ ਕਮੇਟੀ ਦੇ ਸਾਹਮਣੇ? ਕਿਉਂਕਿ ਸਭ ਤੋਂ ਅਹਿਮ ਥਾਂ ਹੈਗੀ ਹੈ, ਸਭ ਤੋਂ ਇਹ ਕਹਿ ਲਿਆ ਜਾਵੇ ਕਿ ਸਰਵਉੱਚ, ਜਿਸ ਨੂੰ ਕਿਹਾ ਜਾਵੇ ਕਿ ਸਭ ਤੋਂ ਅਹਿਮ ਜਿਹੜੀ ਥਾਂ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਦੀ ਮਹੱਤਤਾ ਜਿਹੜੀ ਹੈਗੀ ਹੈ ਉਹ ਪੂਰੀ ਸਿੱਖ ਕੌਮ ਦੇ ਲਈ ਹੈਗੀ ਹੈ, ਔਰ ਉੱਥੇ ਜਥੇਦਾਰ ਦੀ ਨਿਯੁਕਤੀ ਪਰਮਾਨੈਂਟ ਤੌਰ ਤੇ ਹੋਵੇ, ਪੱਕੇ ਤੌਰ ਤੇ ਹੋਵੇ, ਇਸ ਮਸਲੇ ਨੂੰ SGPC ਕਿਵੇਂ ਦੇਖਦੀ? ਦੇਖੋ, ਇਹ ਗੱਲ ਤਾਂ ਬਹੁਤ ਸਾਰੇ ਕਾਰਨਰ ਤੋਂ ਆ ਰਹੀ ਆ, ਕਾਫੀ ਦੇਰ ਤੋਂ ਆ ਰਹੀ ਆ, ਤੇ ਇਹ ਤਾਂ ਪੰਥ ਨੇ ਵਿਚਾਰ ਕਰਨੀ ਹੈ, ਸਾਰੀ ਸੰਗਤ ਦੇ ਨਾਲ ਵਿਚਾਰ ਕਰਨ ਤੋਂ ਉਪਰੰਤ ਇਹੋ ਜਿਹਾ ਫੈਸਲਾ ਸਮੇਂ ਨਾਲ ਲਿਆ ਹੀ ਜਾਣਾ। ਅਖੀਰ ਕਿੰਨੀ ਦੇਰ ਤੱਕ ਜਿਹੜੇ
ਜਥੇਦਾਰ ਆ ਜਿਹੜੇ ਉਹ ਕਾਰਜਕਾਰੀ ਰਹਿਣਗੇ, ਕਿਉਂਕਿ ਸਾਰੇ ਹੀ ਤਖਤਾਂ ਤੇ ਕਾਰਜਕਾਰੀ ਹੈ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਕਾਰਜਕਾਰੀ ਨੇ। ਇਹ ਗੱਲ ਠੀਕ ਆ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦੀ ਉਲੰਭਾ ਸੁਣਨਾ ਪੈਂਦਾ, ਪਰ ਇਹ ਸਮੁੱਚੀ ਸੰਗਤ ਨਾਲ। ਪਰ ਜੇ ਅੱਜ ਦੀ ਤਰੀਕ ਦੇਖਿਆ ਜਾਵੇ, ਕੋਈ ਇਸ ਤਰ੍ਹਾਂ ਦਾ ਏਜੰਡਾ ਹਾਲ ਦੀ ਘੜੀ ਦਿਖਾਈ ਨਹੀਂ ਦੇ ਰਿਹਾ। ਠੀਕ, ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਰੂਟੀਨ ਮੀਟਿੰਗ ਹੈਗੀ ਹੈ, ਔਰ ਰੂਟੀਨ ਮੀਟਿੰਗ ਹੈ, ਇਸ ਨੂੰ ਐਮਰਜੈਂਸੀ ਤਾਂ ਨਹੀਂ, ਪਰ ਕਾਹਲੀ ਦੇ ਵਿੱਚ ਇਹ ਕਹਿ ਲਿਆ ਜਾਵੇ ਕਿ ਅਰਲੀ ਸੱਦੀ ਹੋਈ ਮੀਟਿੰਗ ਹੈਗੀ ਹੈ। ਇਹ ਮਸਲਾ ਜ਼ਰੂਰ ਹੈਗਾ ਕਿ ਕਾਰਜਕਾਰੀ ਜਥੇਦਾਰ ਨੇ, ਔਰ ਕਦੋਂ ਤੱਕ ਕਾਰਜਕਾਰੀ ਜਥੇਦਾਰ ਹੀ ਸਾਹਮਣੇ ਰਹਿਣਗੇ, ਕਦੋਂ ਪੱਕੇ ਤੌਰ ਤੇ ਜਥੇਦਾਰ ਲਾਇਆ ਜਾਵੇ। ਸਾਰੇ ਥਾਂ ਤੋਂ, ਸਾਰੇ ਹਲਕਿਆਂ ਤੋਂ ਮੰਗ ਤਾਂ ਉੱਠ ਰਹੀ ਹੈ, ਇਹ ਤਾਂ ਗਰੇਵਾਲ ਸਾਹਿਬ ਮੰਨ ਰਹੇ ਨੇ, ਪਰ ਕੱਲ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਹੈ ਇਸ ਪਾਸੇ ਉਹਨਾਂ ਨੇ ਹਜੇ ਇਸ਼ਾਰਾ ਨਹੀਂ ਕੀਤਾ। ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਇਹ ਮਸਲਾ ਹੈ, ਇਹ ਮਸਲਾ ਹੈਗਾ, ਔਰ ਇਹ ਮਸਲਾ ਜਿਹੜਾ ਹੈਗਾ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਨੇ ਇਸ ਤੇ। ਪਰ ਇਹ ਜਿਹੜੀ ਮੀਟਿੰਗ ਹੈ, ਉਹਨਾਂ ਨੇ ਇਹ ਦੱਸਿਆ ਕਿ ਰੂਟੀਨ ਮੀਟਿੰਗ ਅਸੀਂ ਜਿਹੜੀ ਕਰਦੇ ਹਾਂ ਉਸ ਨੂੰ ਥੋੜਾ ਅਰਲੀ ਸੱਦ ਲਿਆ ਗਿਆ, ਸਿਰਫ ਇੰਨਾ ਚੇਂਜ ਹੈਗਾ। ਸੋ ਗਰੇਵਾਲ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਸੀਗੇ। ਵਿਜੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਵਿਜੇ ਗੱਲਬਾਤ ਕਰਨ ਦੇ ਲਈ, ਔਰ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਸੋ ਕੱਲ੍ਹ ਅਹਿਮ ਮੀਟਿੰਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਔਰ 11 ਵਜੇ ਮੀਟਿੰਗ ਹੋਵੇਗੀ, ਜਿਸ ਨੂੰ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਇਹ ਰੂਟੀਨ ਮੀਟਿੰਗ ਹੈ, ਇਹ ਰੈਗੂਲਰ ਮੀਟਿੰਗ ਇੱਕ ਹੈਗੀ ਹੈ, ਜਿਸ ਨੂੰ ਥੋੜਾ ਜਿਹਾ ਅਰਲੀ ਸੱਦ ਲਿਆ ਗਿਆ ਹੈ। ਸੋ ਜਥੇਦਾਰ ਬਦਲੇ ਜਾਣ ਦੀਆਂ ਕਿਆਸਰਾਈਆਂ ਕਾਫੀ ਚਿਰ ਤੋਂ ਲੱਗ ਰਹੀਆਂ ਨੇ, ਔਰ ਜਿਸ ਤਰੀਕੇ ਮੇਰੇ ਸਹਿਯੋਗੀ ਵਿਜੇ ਜੋ ਜ਼ਿਕਰ ਕਰ ਰਹੇ ਸੀ ਕਿ ਇੱਕ ਕਮੇਟੀ ਬਣਾਈ ਗਈ ਸੀ, ਉਸ ਕਮੇਟੀ ਦੀਆਂ ਸਿਫਾਰਿਸ਼ਾਂ ਔਰ ਲਾਗੂ ਨਹੀਂ ਹੋਈਆਂ, ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਵਾਲ ਉੱਠ ਰਹੇ ਨੇ। ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਅਕਾਲੀ ਆਗੂ ਸਾਡੇ ਨਾਲ ਫੋਨ ਲਾਈਨ ਤੇ ਇਸ ਵੇਲੇ ਮੌਜੂਦ ਨੇ। ਪੀਰ ਮੁਹੰਮਦ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਕੱਲ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਦੀ, ਹਾਲਾਂਕਿ ਜਨਰਲ ਸਕੱਤਰ ਉਹਨਾਂ ਦੇ ਕਹਿ ਰਹੇ ਨੇ ਕਿ ਰੂਟੀਨ ਮੀਟਿੰਗ ਹੈ, ਪਰ ਥੋੜੀ ਜਿਹੀ ਅਰਲੀ ਅਸੀਂ ਸੱਦ ਲਈ ਹੈ। ਇਹ ਅਰਲੀ ਸੱਦੀ ਗਈ ਮੀਟਿੰਗ ਨੂੰ, ਕਾਲੀ ਵਿੱਚ ਸੱਦੀ ਗਈ ਮੀਟਿੰਗ ਨੂੰ, ਇਹ ਜਲਦੀ ਸੱਦੀ ਗਈ ਮੀਟਿੰਗ ਨੂੰ ਕਿਸ ਤਰੀਕੇ ਅਸੀਂ ਦੇਖੀਏ, ਸਮਝੀਏ, ਔਰ ਜਿਹੜੀ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੀ ਇੱਕ ਕਮੇਟੀ ਨੇ ਰਿਪੋਰਟ ਬਣਾਈ ਬਕਾਇਦਾ, ਉਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਕਿੱਥੇ ਗੁਰੂ ਸਾਹਿਬ ਨੂੰ ਲੈ ਕੇ ਜਾਣ ਦੀ ਇਜਾਜ਼ਤ ਹੋਵੇ, ਪਾਲਕੀ ਸਾਹਿਬ ਕਿੱਥੇ ਲਿਜਾਣ ਦੀ ਇਜਾਜ਼ਤ ਹੋਵੇ, ਕਿੱਥੇ ਜਾਣ ਦੀ ਇਜਾਜ਼ਤ ਨਾ ਹੋਵੇ, ਉਹ ਸਿਫਾਰਿਸ਼ਾਂ ਲਾਗੂ ਨਹੀਂ ਹੋ ਰਹੀਆਂ। ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿ ਮੰਨੇ ਜਾਵੇ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਅਹਿਮ ਇਸ ਤੋਂ ਉਮੀਦ ਲਾਈ ਜਾਵੇ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਕਦਮ ਚੁੱਕਿਆ ਜਾ ਸਕਦਾ ਹੈ। ਪੀਰ ਮੁਹੰਮਦ ਸਾਹਿਬ, ਦੇਖੋ, ਇਹ ਮਸਲਾ ਜਿਹੜਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਹੀ ਆਪਣੀ ਮੀਟਿੰਗ ਜੋ ਪੰਥ ਦੇ ਮਸਲੇ ਹੁੰਦੇ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਕਾਰਜਭਾਰ ਹੈ, ਉਹਦੇ ਸੰਬੰਧ ਦੇ ਵਿੱਚ ਉਹ ਅਕਸਰ ਹੀ ਮੀਟਿੰਗਾਂ ਕਰਦੇ ਰਹਿੰਦੇ ਆ। ਤੇ ਮੀਟਿੰਗ ਦਾ ਏਜੰਡਾ ਜਿਹੜਾ ਉਹਦਾ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਜਿਹੜੇ ਐਗਜ਼ੈਕਟਿਵ ਮੈਂਬਰ ਨੇ ਉਹਨਾਂ ਨੂੰ ਪਤਾ ਹੁੰਦਾ। ਸੋ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ, ਔਰ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਕੋਈ ਤੁਸੀਂ ਸਵਾਲ ਕਰੋਗੇ ਤੇ ਮੈਂ ਉਹਦਾ ਜਵਾਬ ਦੇ ਸਕਦਾ। ਸਰ, ਸ਼੍ਰੋਮਣੀ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਮਤ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ। ਸ਼੍ਰੋਮਣੀ ਕਮੇਟੀ ਨਹੀਂ, ਉਹ ਇੱਕ ਅਲੱਗ ਪਹਿਲੂ ਹੈ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਏਜੰਡਾ ਲੈ ਕੇ ਮੀਟਿੰਗ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਕੀ ਸੋਚਦਾ ਹੈ ਕਿ ਜਿਹੜੀ ਸਿਫਾਰਿਸ਼ਾਂ ਕੀਤੀਆਂ ਗਈਆਂ ਸੀ ਉਹ ਲਾਗੂ ਨਹੀਂ ਹੋਈਆਂ, ਕਿਤੇ ਕੋਈ ਲੂਪ ਹੋਲ ਰਹਿ ਗਿਆ? ਕਿਉਂਕਿ ਲਗਾਤਾਰ ਸੰਗਤ ਵੀ ਇਹ ਸਵਾਲ ਪੁੱਛ ਰਹੀ ਹੈ ਕਿ ਇਹ ਮਸਲਾ ਜਿਹੜਾ ਹੈਗਾ ਉਹ ਸੋਲਵ ਹੋਣਾ ਚਾਹੀਦਾ ਹੈ। ਨਹੀਂ, ਉਹ ਤਾਂ ਇੱਕ ਮਸਲਾ ਹੀ ਅਲੱਗ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਹਦੇ ਵਿੱਚ ਦੇਖੋ, ਉਹ ਤਾਂ ਸਮੁੱਚੇ ਪੰਥ ਦਾ ਮਸਲਾ ਕਿ ਸਾਡੀ ਇੱਕ ਕਮੇਟੀ ਬਣਾਈ ਸੀ ਤੇ ਉਹ ਕਮੇਟੀ ਨੇ ਆਪਣੀ ਰਿਕਮੈਂਡੇਸ਼ਨ ਉਸ ਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸੀ, ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਉਹ ਸਾਰੀ ਮੀਟਿੰਗ ਹੋਈ ਸੀ। ਤੇ ਉਸ ਮੀਟਿੰਗ ਦੇ ਵਿੱਚ ਜੋ ਵੀ ਰਿਕਮੈਂਡੇਸ਼ਨ ਹੈ ਉਹ ਅਸੀਂ ਜਥੇਦਾਰ ਸਾਹਿਬ ਨੂੰ ਸੌਂਪੀ ਹੋਈ ਹੈ, ਤੇ ਉਹਦਾ ਫੈਸਲਾ ਤਾਂ ਪੰਜ ਸਿੰਘ ਸਾਹਿਬਾਨ ਨੇ ਲੈਣਾ, ਕਦੋਂ ਲੈਣਗੇ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਸੁਣ ਰਹੀ ਸ਼੍ਰੋਮਣੀ ਕਮੇਟੀ? ਹਾਂਜੀ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਸੁਣ ਰਹੀ ਸ਼੍ਰੋਮਣੀ ਕਮੇਟੀ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਸੋ ਉਹਨਾਂ ਨੇ ਸਮੁੱਚੇ ਖਾਲਸਾ ਪੰਥ ਨੂੰ ਮੁੱਖ ਰੱਖ ਕੇ ਫੈਸਲੇ ਲੈਣੇ ਹੁੰਦੇ ਆ। ਸ਼੍ਰੋਮਣੀ ਅਕਾਲੀ ਦਲ ਜਿੱਥੇ ਪੰਥ ਦੀ ਨੁਮਾਇੰਦਗੀ ਵੀ ਕਰਦਾ ਹੈ ਔਰ ਰਾਜਨੀਤਿਕ ਤੌਰ ਦੇ ਉੱਤੇ
ਪੰਥ ਤੇ ਪੰਜਾਬ ਦੇ ਜੇ ਬੈਟਰਮੈਂਟ ਵਾਸਤੇ ਆਪਣੀਆਂ ਜੋ ਸੇਵਾਵਾਂ ਦਿੰਦਾ ਹੈ, ਸੋ ਉਸ ਦੇ ਵਿੱਚ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਚੰਗਾ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਪੰਥ ਦੇ ਲਈ, ਪੰਜਾਬ ਦੇ ਲਈ, ਉਹ ਅਸੀਂ ਕਰਨ ਦੀ ਹਰ ਸੰਭਵ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕਰ ਰਹੇ ਹਾਂ। ਪਰ ਤੁਸੀਂ ਤਾਂ ਸਿਫਾਰਸ਼ਾਂ ਵੀ ਕਰਤੀਆਂ, ਤੁਸੀਂ ਉਸ ਕਮੇਟੀ ਦੇ ਮੈਂਬਰ ਵੀ ਸੀਗੇ ਔਰ ਸਿਫਾਰਸ਼ਾਂ ਕੀਤੇ ਨੂੰ ਵੀ ਕਾਫੀ ਚਿਰ ਹੋ ਗਿਆ। ਕਿੰਨਾ ਟਾਈਮ ਹੋ ਗਿਆ ਪੀਰ ਮੁਹੰਮਦ ਸਾਹਿਬ? ਵੈਸੇ ਤੁਹਾਨੂੰ ਯਾਦ ਹੋਏਗਾ, ਇਹ ਮਾਰਚ ਦੀ ਗੱਲ ਹੈ ਜੀ। ਮਾਰਚ ਦੇ ਵਿੱਚ 6 ਮਾਰਚ ਨੂੰ ਹੋਈ ਸੀ ਮੀਟਿੰਗ ਤੇ ਉਸ ਦੇ ਵਿੱਚ ਫੈਸਲਾ ਹੋਇਆ ਸੀ, ਸਾਰੇ ਮੀਡੀਆ ਦੀ ਹਾਜ਼ਰੀ 'ਚ ਹੀ ਹੋਇਆ ਸਾਰਾ। ਅਸੀਂ ਜਿਹੜੀ ਉਹ ਰਿਪੋਰਟ ਜਿਹੜੀ ਉਹ ਸੌਂਪੀ ਹੋਈ ਹੈ। ਸੋ ਬਹੁਤ ਜਲਦੀ ਜਿੰਨੇ ਵੀ ਜਿਹੜੇ ਪੰਥਕ ਮਸਲੇ ਆ ਉਹਨਾਂ ਦੇ ਫੈਸਲੇ ਕੀਤੇ ਜਾਣਗੇ ਔਰ ਜਥੇਦਾਰ ਸਾਹਿਬਾਨ ਦੇ ਜਿਹੜੇ ਕਰਨ ਵਾਲੇ ਉਹ ਕਰਨਗੇ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੇ ਅਧਿਕਾਰ ਖੇਤਰ 'ਚ ਨੇ ਉਹ ਕਰਨਗੇ। 3 ਮਹੀਨੇ ਹੋ ਗਏ ਨੇ, 3 ਮਹੀਨੇ ਤੋਂ ਜ਼ਿਆਦਾ ਹੋ ਗਿਆ ਪੀਰ ਮੁਹੰਮਦ ਸਾਹਿਬ। ਕੀ ਕੋਈ ਉਹਨਾਂ ਸਿਫਾਰਸ਼ਾਂ ਦੇ ਵਿੱਚ ਕੋਈ ਅਜਿਹਾ ਪੁਆਇੰਟ ਹੈਗਾ ਜਿਸ ਨੂੰ ਲੈ ਕੇ ਕੋਈ ਤੁਹਾਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਸ ਤੇ ਹੋਰ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ? ਦੇਖੋ, ਗੱਲ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਿੱਖ ਕੌਮ ਦੇ ਜੋ ਹਾਜ਼ਰ ਨਾਜ਼ਰ ਪਾਤਸ਼ਾਹ ਨੇ, ਉੱਥੇ ਹਰ ਧਰਮ ਦੇ ਲੋਕ ਸਤਿਕਾਰ ਕਰਦੇ ਨੇ ਗੁਰੂ ਸਾਹਿਬ ਜੀ ਦਾ। ਸੋ ਗੁਰੂ ਸਾਹਿਬ ਦੇ ਸਤਿਕਾਰ ਲਈ ਅਸੀਂ ਆਪਣੇ ਵੱਲੋਂ ਜੋ ਵੀ ਚੰਗੀ ਸਾਡੇ ਕੋਲ ਸੋਚ ਆਈ ਉਹ ਇਕੱਤਰ ਕਰਕੇ ਅਸੀਂ ਜਥੇਦਾਰ ਸਾਹਿਬ ਨੂੰ ਸੌਂਪੀ ਹੈ। ਨਹੀਂ, ਪਰ ਕਿਤੇ ਲੱਗਦਾ ਕਿ ਉਹਨਾਂ ਨੂੰ ਫਿਰ ਇੰਪਲੀਮੈਂਟ ਕਰਨ ਦੇ ਵਿੱਚ ਕੀ ਦਿੱਕਤ ਆ ਰਹੀ ਹੈ? ਦੇਖੋ ਇਹ ਸਵਾਲ ਘੁੰਮ ਫਿਰ ਕੇ ਫਿਰ ਤੁਹਾਡੇ ਵੱਲ ਆਉਂਦਾ ਬੂਮਰੈਂਗ ਨਾਲ। ਇਸ ਤਰ੍ਹਾਂ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੀ ਨਹੀਂ ਹੋਈ ਅਜੇ। ਜਦੋਂ ਮੀਟਿੰਗ ਹੋਵੇਗੀ ਉਹਦੇ ਜ਼ਰੂਰ ਕਰਨਗੇ ਜੀ ਫੈਸਲਾ ਉਹ ਵੀ। ਚਲੋ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਪੀਰ ਮੁਹੰਮਦ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਸੀ। ਉਹ ਅਸੀਂ 3 ਮਹੀਨੇ ਦੇ ਕਰੀਬ ਹੋ ਚੁੱਕਾ, 3 ਮਹੀਨੇ ਤੋਂ ਵੱਧ ਦਾ ਵਕਤ ਹੋ ਚੁੱਕਾ ਇਸ ਪੂਰੀ ਸਿਫਾਰਸ਼ਾਂ ਨੂੰ ਦਿੱਤੇ ਹੋਏ। ਹਾਲਾਂਕਿ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਉਸ ਦੇ ਪਿੱਛੇ ਉਹ ਵਜ੍ਹਾ ਦੱਸ ਰਹੇ ਨੇ ਕਿ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਨਹੀਂ ਹੋਈ ਹੈ ਇਹਨਾਂ 3 ਮਹੀਨਿਆਂ ਦੇ ਵਿਚਾਲੇ। ਸਵਾਲ ਇਹ ਵੀ ਹੈਗਾ ਤੇ ਉਸ ਸਭ ਦੇ ਵਿਚਾਲੇ ਉਹ ਕਹਿ ਰਹੇ ਨੇ ਕਿ ਹੁਣ ਜਦੋਂ ਮੀਟਿੰਗ ਹੋਵੇਗੀ ਤਾਂ ਫਿਰ ਇਹ ਵਿਚਾਰਾਂ ਕੀਤੀਆਂ ਜਾਣਗੀਆਂ, ਫਿਰ ਇਹ ਫੈਸਲਾ ਲਾਗੂ ਹੋਵੇਗਾ। ਹਾਲਾਂਕਿ ਲਗਾਤਾਰ ਜਿਸ ਤਰੀਕੇ ਮੇਰੇ ਸਹਿਯੋਗੀ ਵਿਜੇ ਦੱਸ ਰਹੇ ਸੀਗੇ, ਔਰ ਇਹ ਮਸਲਾ ਹੈਗਾ ਅਹਿਮ ਮਸਲਾ ਹੈ, ਕਿਉਂਕਿ ਸਭ ਤੋਂ ਅਹਿਮ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਇਹ ਸਿੱਖ ਮਸਲਾ ਜਿੱਥੋਂ ਉੱਠਿਆ ਸੀਗਾ ਅਜਨਾਲਾ ਦੇ ਵਿੱਚ, ਜਿਸ ਤਰੀਕੇ ਥਾਣੇ ਦੇ ਉੱਤੇ ਹਮਲਾ ਹੋਇਆ, ਇਹ ਕਹਿ ਲਿਆ ਜਾਵੇ ਟਕਰਾਅ ਦੀ ਸਥਿਤੀ ਉੱਥੇ ਬਣੀ, ਔਰ ਉਸ ਤੋਂ ਬਾਅਦ ਲਗਾਤਾਰ ਇਹ ਸਵਾਲ ਉੱਠਿਆ ਕਿ ਫਿਰ ਪਾਲਕੀ ਸਾਹਿਬ ਨੂੰ ਕਿੱਥੇ ਲਿਜਾਣ ਦੀ ਇਜਾਜ਼ਤ ਹੋਵੇ, ਕਿਹਨੂੰ ਇਜਾਜ਼ਤ ਹੋਵੇ, ਕਿਹਨੂੰ ਨਾ ਹੋਵੇ। ਇਹ ਆਪਣੇ ਆਪ ਹੀ ਸਮਝਣ ਵਾਲੀ ਗੱਲ ਹੈ ਔਰ ਇਸ ਨੂੰ ਲੈ ਕੇ ਸਿਫਾਰਿਸ਼ਾਂ ਹੋਈਆਂ ਔਰ ਉਹ ਸਿਫਾਰਿਸ਼ਾਂ ਵਿੱਚ ਲਾਗੂ ਕਿਉਂ ਨਹੀਂ ਹੋਈਆਂ, ਇਹ ਸਵਾਲ ਲਗਾਤਾਰ ਉੱਠ ਰਹੇ।